Subscribe now and press the bell icon. Never miss an update. ਹਾਂਜੀ ਸਵਾਗਤ ਹੈ ਸਾਰੇ ਹੀ ਵਿਊਵਰ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਤੇ ਅਸੀਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ 10ਵੀਂ ਕਲਾਸ ਹੈ ਉਹਨਾਂ ਦੇ ਵਿਦਿਆਰਥੀਆਂ ਦੇ ਲਈ ਲੈਸਨ ਨੰਬਰ 13 ਭਾਰਤੀ ਲੋਕਤੰਤਰ ਦਾ ਜਿਹੜਾ ਸਰੂਪ ਹੈ ਉਸ ਦੇ ਉੱਤੇ ਚਰਚਾ ਕਰ ਰਹੇ ਹਾਂ। ਤੇ ਇਸ ਲੈਸਨ ਦੇ ਅਸੀਂ ਆਲਰੇਡੀ 3 ਵੀਡੀਓ ਨੇ ਜਿਹੜੀਆਂ ਉਹ ਅਪਲੋਡ ਕਰ ਚੁੱਕੇ ਹਾਂ। ਤਾਂ ਇਸ ਦੇ ਵਿੱਚ ਅਸੀਂ ਹੁਣ ਲੈਸਨ ਨੂੰ ਅੱਗੇ ਵਧਾਉਂਦੇ ਹੋਏ ਟੌਪਿਕ ਲੈ ਕੇ ਆਏ ਹਾਂ ਭਾਰਤੀ ਲੋਕਤੰਤਰ ਦੇ ਸਰੂਪ ਦੀਆਂ ਵਿਸ਼ੇਸ਼ਤਾਵਾਂ। ਕਿ ਜਿਹੜਾ ਸਾਡੇ ਭਾਰਤ ਦਾ ਲੋਕਤੰਤਰ ਹੈ ਉਸ ਦੇ ਨੇਚਰਸ ਨੂੰ ਲੈ ਕੇ ਉਸ ਦੇ ਸਰੂਪ ਨੂੰ ਲੈ ਕੇ ਕਿਹੜੀਆਂ ਵਿਲੱਖਣਤਾਵਾਂ ਨੇ, ਜਾਂ ਇਹ ਬਾਕੀ ਦੇਸ਼ਾਂ ਦੇ ਜਿਹੜਾ ਲੋਕਤੰਤਰਿਕ ਸਮਾਜ ਹੈ ਉਸ ਦੇ ਨਾਲੋਂ ਸਾਡੇ ਭਾਰਤ ਦਾ ਜਿਹੜਾ ਸਮਾਜ ਹੈ ਉਹ ਅਲੱਗ ਕਿਸ ਤਰੀਕੇ ਨਾਲ ਹੈ ਲੋਕਤੰਤਰੀ ਪੱਖ ਤੋਂ। ਤਾਂ ਸਾਡੇ ਭਾਰਤੀ ਲੋਕਤੰਤਰ ਦੀ ਜਿਹੜੀ ਪਹਿਲੀ ਵਿਸ਼ੇਸ਼ਤਾ ਹੈ ਉਹ ਹੈ ਲੋਕਤੰਤਰੀ ਸੰਵਿਧਾਨ। ਲੋਕਤੰਤਰੀ ਸੰਵਿਧਾਨ ਡੈਮੋਕ੍ਰੈਟਿਕ ਕੌਂਸਟੀਟਿਊਸ਼ਨਲ। ਕਿ ਜਿਹੜਾ ਸਾਡਾ ਭਾਰਤ ਦਾ ਲੋਕਤੰਤਰ ਹੈ ਉਹ ਸੰਵਿਧਾਨ ਦੇ ਅਨੁਸਾਰ ਹੀ ਚੱਲਦਾ ਹੈ। ਸਾਡੇ ਸੰਵਿਧਾਨ ਦੇ ਸ਼ੁਰੂ ਦੇ ਵਿੱਚ ਸਾਨੂੰ ਸੰਵਿਧਾਨ ਦੀ ਪ੍ਰਸਤਾਵਨਾ ਲਿਖ ਕੇ ਦਿੱਤੀ ਗਈ ਹੈ ਜੋ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਦੁਆਰਾ ਲਿਖੀ ਗਈ ਸੀ। ਤਾਂ ਇਸ ਪ੍ਰਸਤਾਵਨਾ ਦੇ ਵਿੱਚ ਜਿਹੜੇ ਉਦੇਸ਼ ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਮਨ ਦੇ ਵਿੱਚ ਸਨ ਉਹਨਾਂ ਨੂੰ ਅੰਕਿਤ ਕੀਤਾ ਗਿਆ। ਇਸੇ ਕਰਕੇ ਜਿਹੜੀ ਪ੍ਰਸਤਾਵਨਾ ਹੁੰਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਕਿਸੇ ਵੀ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾਵਾਂ ਦੇ ਮਨ ਦੀ ਕੁੰਜੀ। ਜੋ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਸਾਡਾ ਦੇਸ਼ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਪ੍ਰਸਤਾਵਨਾ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਨੇ। ਕੁਝ ਮੇਨ ਸ਼ਬਦ ਜਿਨ੍ਹਾਂ ਦੇ ਉੱਪਰ ਵਿਸ਼ੇਸ਼ ਕਰਕੇ ਧਿਆਨ ਦਿੱਤਾ ਗਿਆ ਹੈ, ਇੱਕ ਉਹਦੇ ਵਿੱਚ ਹੈ ਸੁਤੰਤਰਤਾ, ਸਮਾਨਤਾ ਅਤੇ ਇੱਕ ਸ਼ਬਦ ਸਾਡੇ ਕੋਲ ਹੈ ਭਾਈਚਾਰਾ। ਇਹ 3 ਸ਼ਬਦ ਨੇ ਜਿਹੜੇ ਉਹਨਾਂ ਦੇ ਵਿੱਚ ਪ੍ਰਸਤਾਵਨਾ ਨੂੰ ਖਾਸ ਕਰਕੇ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ ਇਹੀ 3 ਸ਼ਬਦ ਨੇ ਜਿਹੜੇ ਉਹ ਫਰਾਂਸ ਦੀ ਕ੍ਰਾਂਤੀ ਦੇ ਮੇਨ 3 ਵੱਡੇ ਸਲੋਗਨਸ ਜਿਹੜੇ ਵਰਡ ਸਨ ਯੂਜ਼ ਕੀਤੇ ਗਏ ਸਨ। ਅਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਜਿਹੜੀ ਪ੍ਰਸਤਾਵਨਾ ਹੈ ਉਹਦੇ ਵਿੱਚ ਇਹਨਾਂ 3 ਸ਼ਬਦਾਂ ਦੇ ਉੱਤੇ ਵਿਸ਼ੇਸ਼ ਕਰਕੇ ਜ਼ੋਰ ਦਿੱਤਾ ਗਿਆ ਹੈ ਕਿ ਹਰੇਕ ਵਿਅਕਤੀ ਨੂੰ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਸਮਾਨ ਸਮਝਿਆ ਜਾਣਾ ਚਾਹੀਦਾ ਹੈ। ਔਰ ਹਰੇਕ ਵਿਅਕਤੀ ਨੂੰ ਇਹਨਾਂ ਤਿੰਨੋਂ ਫੀਲਡ ਦੇ ਵਿੱਚ ਜਿਹੜੀ ਆਜ਼ਾਦੀ ਹੈ ਉਹ ਹੋਣੀ ਚਾਹੀਦੀ ਹੈ। ਔਰ ਦੇਸ਼ ਦੇ ਅੰਦਰ ਜਿਹੜਾ ਭਾਈਚਾਰਾ ਹੈ ਉਹ ਇਕਜੁੱਟ ਰਹਿਣਾ ਚਾਹੀਦਾ ਹੈ। ਸੋ ਭਾਰਤ ਦੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਹਦੇ ਵਿੱਚ ਜੋ ਉਦੇਸ਼ ਅੰਕਿਤ ਕੀਤੇ ਗਏ ਨੇ ਉਹਨਾਂ ਉਦੇਸ਼ਾਂ ਦੇ ਅਨੁਸਾਰ ਹੀ ਜਿਹੜਾ ਸਾਡਾ ਭਾਰਤ ਦਾ ਲੋਕਤੰਤਰ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਐਗਜ਼ਿਸਟ ਕਰਦਾ ਹੈ। ਔਰ ਉਸੇ ਦੇ ਅਨੁਸਾਰ ਦੇਸ਼ ਦੀ ਜਿਹੜੀ ਪ੍ਰਸ਼ਾਸਨਿਕ ਵਿਵਸਥਾ ਹੈ ਲੋਕਤੰਤਰ ਨੂੰ ਲੈ ਕੇ ਚੱਲਦੀ ਹੈ। ਜੇਕਰ ਗੱਲ ਕਰੀਏ ਸਮਾਨਤਾ ਦੀ ਤਾਂ ਸਾਨੂੰ ਰਾਜਨੀਤਿਕ ਸਮਾਨਤਾ ਵੀ ਹੈ, ਆਰਥਿਕ ਵੀ ਹੈ ਅਤੇ ਸਮਾਜਿਕ ਵੀ ਹੈ। ਰਾਜਨੀਤਿਕ ਸਮਾਨਤਾ ਦੇ ਵਿੱਚ ਸਾਰਿਆਂ ਨੂੰ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ। ਹਰੇਕ ਨੂੰ ਰਾਈਟ ਟੂ ਵੋਟ ਵੀ ਹੈਗਾ। ਜਿਨ੍ਹਾਂ ਦੀ ਵਿਅਕਤੀਆਂ ਦੀ ਉਮਰ 18 ਸਾਲ ਹੈ ਕੰਮ ਕਰਨ ਦਾ ਅਧਿਕਾਰ ਹੈ। ਇਸ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਭੇਦਭਾਵ ਹੈ ਜਿਹੜਾ ਉਹ ਰੰਗ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ ਜਾਂ ਜਾਤੀ ਦੇ ਆਧਾਰ 'ਤੇ ਨਹੀਂ ਕੀਤਾ ਜਾਏਗਾ। ਠੀਕ ਹੈ। ਤਾਂ ਦੂਸਰਾ ਪੁਆਇੰਟ ਹੈ ਸਾਡੇ ਕੋਲ ਬਾਲਗ ਮਤ ਅਧਿਕਾਰ, ਅਡਲਟ ਫਰੈਂਚਾਈਜ਼ਿਸ। ਇਸ ਨੂੰ ਇੰਗਲਿਸ਼ 'ਚ ਬੋਲਦੇ ਹਾਂ ਅਡਲਟ ਫਰੈਂਚਾਈਜ਼ਿਸ। ਤਾਂ ਇੱਥੇ 2 ਸ਼ਬਦ ਨੇ ਸਾਡੇ ਕੋਲ। ਇੱਕ ਸ਼ਬਦ ਤਾਂ ਹੁੰਦਾ ਹੈ ਬਾਲਕ ਅਤੇ ਇੱਕ ਸ਼ਬਦ ਹੁੰਦਾ ਹੈ ਬਾਲਗ। ਅਤੇ ਇਹਨਾਂ ਦੋਨਾਂ ਸ਼ਬਦਾਂ 'ਚ ਬਹੁਤ ਫਰਕ ਹੈ। ਬਾਲਕ ਕੀ ਹੁੰਦਾ ਹੈ? ਜਿਹਦੀ ਉਮਰ 18 ਸਾਲ ਤੋਂ ਘੱਟ ਹੈ। ਅਤੇ ਬਾਲਗ ਕਿਹੜਾ ਹੁੰਦਾ ਹੈ? ਜਿਹਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੋਵੇ ਉਸ ਨੂੰ ਕੀ ਬੋਲਦੇ ਅਸੀਂ? ਬਾਲਗ। ਅਤੇ ਬਾਲਗ ਮਤ ਅਧਿਕਾਰ, ਇਹਦੇ ਵਿੱਚ ਜਿਹੜਾ ਸ਼ਬਦ ਮਤ ਹੈ, ਮਤ ਦਾ ਮਤਲਬ ਵੋਟ। ਤਾਂ ਸਾਡੇ ਭਾਰਤ ਦੇ ਵਿੱਚ ਕੋਈ ਵੀ ਵਿਅਕਤੀ ਜੋ ਕਿ ਭਾਰਤ ਦਾ ਨਾਗਰਿਕ ਹੋਵੇ ਅਤੇ ਉਸ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੋਵੇ ਤਾਂ ਉਹ ਬਿਨਾਂ ਕਿਸੇ ਭੇਦਭਾਵ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਹੈ ਜਿਹੜਾ ਉਹ ਕਰ ਸਕਦਾ ਹੈ। ਤਾਂ ਇਹਦੇ ਵਾਸਤੇ 2 ਕੰਡੀਸ਼ਨ ਨੇ ਕਿ ਇੱਕ ਤਾਂ ਉਹ ਵਿਅਕਤੀ ਭਾਰਤ ਦਾ ਕੀ ਹੋਣਾ ਚਾਹੀਦਾ? ਨਾਗਰਿਕ। ਦੂਸਰਾ ਹੈ ਕਿ ਉਹਦੀ ਉਮਰ 18 ਜਾਂ 18 ਸਾਲ ਤੋਂ ਵੱਧ ਹੋਵੇ। ਇਹ 2 ਕੰਡੀਸ਼ਨ ਨੇ। ਇਹਨਾਂ ਦੋਨੋਂ ਕੰਡੀਸ਼ਨਾਂ ਦੇ ਵਿੱਚ ਹੀ ਭਾਰਤ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹ ਬਿਨਾਂ ਕਿਸੇ ਭੇਦਭਾਵ ਤੋਂ ਭਾਰਤ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਇਹਦੇ ਵਿੱਚ ਇਹ ਮੈਟਰ ਨਹੀਂ ਕਰੇਗਾ ਕਿ ਉਹ ਕਿਸ ਜਾਤੀ ਦਾ ਹੈ, ਇਹ ਮੈਟਰ ਨਹੀਂ ਕਰੇਗਾ ਉਹ ਕਿਸ ਧਰਮ ਦਾ ਹੈ, ਇਹ ਗੱਲ ਮੈਟਰ ਨਹੀਂ ਕਰੇਗੀ ਕਿ ਉਹਦਾ ਰੰਗ ਕੀ ਹੈ, ਨਸਲ ਕੀ ਹੈ ਜਾਂ ਉਹਦਾ ਧਰਮ ਕੀ ਹੈ, ਉਹਦੀ ਭਾਸ਼ਾ ਕੀ ਹੈ। ਇਹਨਾਂ ਸਾਰੀ ਗੱਲਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਮੈਟਰ ਨਹੀਂ ਕਰੇਗਾ। ਔਰ
ਹਰੇਕ ਨਾਗਰਿਕ ਜੋ 18 ਸਾਲ ਜਾਂ 18 ਸਾਲ ਤੋਂ ਵੱਧ ਹੈ ਉਹ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ, ਔਰ ਇਸੇ ਨੂੰ ਅਸੀਂ ਕੀ ਬੋਲਦੇ ਹਾਂ, ਬਾਲਗ ਮਤ ਅਧਿਕਾਰ। ਭਾਰਤ ਦੇ ਵਿੱਚ ਜਿਹੜੀ ਵੋਟ ਪਾਉਣ ਦੀ ਉਮਰ ਹੈ ਜਿਹੜੀ 1999 ਤੱਕ ਸੀ, 1989 ਤੱਕ, ਤਾਂ ਭਾਰਤ ਦੇ ਵਿੱਚ 1999 ਤੱਕ 21 ਸਾਲ ਦਾ ਜਿਹੜਾ ਵਿਅਕਤੀ ਸੀ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ ਸੀ। ਲੇਕਿਨ ਭਾਰਤ ਦੇ ਸੰਵਿਧਾਨ ਦੇ ਵਿੱਚ 61ਵਾਂ ਸੰਸ਼ੋਧਨ ਹੋਇਆ, ਸੰਵਿਧਾਨ ਦੇ ਵਿੱਚ ਚੇਂਜ ਕੀਤਾ ਗਿਆ, ਔਰ 61ਵੇਂ ਸੰਸ਼ੋਧਨ ਦੇ ਵਿੱਚ ਇਹ ਗੱਲ ਕਲੀਅਰ ਕਰਤੀ ਕਿ ਜਿਹੜੀ ਹੁਣ ਵੋਟ ਪਾਉਣ ਦੀ ਉਮਰ ਹੈ ਉਹ 21 ਤੋਂ ਕਿੰਨੀ ਕੀਤੀ ਜਾ ਰਹੀ ਹੈ, 18 ਸਾਲ ਕੀਤੀ ਜਾ ਰਹੀ ਹੈ। ਇਹਦੇ ਪਿੱਛੇ ਕੁਝ ਲੌਜਿਕ ਦਿੱਤੇ ਗਏ ਨੇ ਵੱਖ-ਵੱਖ ਵਿਦਵਾਨਾਂ ਰਾਹੀਂ। ਤਾਂ ਵੋਟ ਪਾਉਣ ਦੇ ਪਿੱਛੇ ਮੇਨਲੀ ਫੈਕਟਰ ਕੀ ਕੰਮ ਕਰਦਾ? ਇੱਕ ਤਾਂ ਤੁਹਾਡਾ ਇਹਦੇ ਵਿੱਚ ਫੈਕਟਰ ਮੈਟਰ ਕਰਦਾ ਐਕਸਪੀਰੀਅੰਸ, ਕਿ ਤੁਹਾਨੂੰ ਤਜਰਬਾ ਕਿੰਨਾ ਹੈ, ਔਰ ਦੂਸਰਾ ਤੁਸੀਂ ਕਿੰਨੇ ਐਜੂਕੇਟ ਹੋ। ਤਾਂ ਪਹਿਲਾਂ ਉਮਰ 21 ਸਾਲ ਇਸ ਕਰਕੇ ਰੱਖੀ ਗਈ ਸੀ ਕਿ 21 ਸਾਲ ਦੀ ਉਮਰ ਤੱਕ ਪਹੁੰਚਦਿਆਂ ਵਿਅਕਤੀ ਨੂੰ ਜ਼ਿੰਦਗੀ ਦਾ ਥੋੜ੍ਹਾ ਤਜਰਬਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਅੰਦਰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਚਾਹੇ ਉਹ ਅਨਪੜ੍ਹ ਵੀ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਉਮਰ ਦੇ ਵਧਣ ਦੇ ਨਾਲ ਜਿਹੜੀ ਸਮਝ ਹੈ ਉਹ ਪੈਦਾ ਹੁੰਦੀ ਹੈ। ਹੁਣ ਇਹਨਾਂ ਦੋਨੋਂ ਉਮਰਾਂ 'ਚ ਦੇਖਿਆ ਜਾਵੇ ਤਾਂ 3 ਸਾਲ ਦਾ ਫਰਕ ਹੈ। ਤਾਂ ਇੱਕ 18 ਸਾਲ ਦੇ ਅਨਪੜ੍ਹ ਵਿਅਕਤੀ ਨੂੰ ਵੋਟ ਪਾਉਣ ਵਾਸਤੇ ਕਹਿਣਾ ਅਤੇ ਇੱਕ 21 ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਬਾਰੇ ਕਹਿਣਾ, ਤਾਂ ਇਹਨਾਂ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਲੱਗੇਗਾ ਕਿ ਤੁਹਾਨੂੰ 21 ਸਾਲ ਵਾਲਾ ਜਿਹੜਾ ਵਿਅਕਤੀ ਹੈ ਉਸ ਨੂੰ ਜ਼ਿੰਦਗੀ ਦਾ ਤਜਰਬਾ ਕੁਛ ਜ਼ਿਆਦਾ ਹੈ, ਤਾਂ ਉਹ 18 ਸਾਲ ਵਾਲੇ ਨਾਲੋਂ ਬਿਹਤਰ ਆਪਣੀ ਵੋਟ ਦਾ ਕੀ ਕਰ ਸਕਦਾ, ਇਸਤੇਮਾਲ ਕਰ ਸਕਦਾ। ਤਾਂ ਪਹਿਲਾਂ ਇਸ ਕਰਕੇ ਸਾਡੇ ਭਾਰਤ ਦੀ ਆਬਾਦੀ ਜ਼ਿਆਦਾ ਅਨਪੜ੍ਹ ਹੋਣ ਕਰਕੇ ਉਮਰ 21 ਸਾਲ ਰੱਖੀ ਸੀ। ਲੇਕਿਨ 1999 ਦਾ ਸਾਲ ਆਉਂਦਿਆਂ ਜਿਹੜਾ ਸਾਡੇ ਦੇਸ਼ ਦੀ ਪਾਪੂਲੇਸ਼ਨ ਹੈ ਉਹ ਅਨਪੜ੍ਹ ਤੋਂ ਐਜੂਕੇਟਡ ਵੱਲ ਚੱਲ ਪਈ, ਬਹੁਤ ਸਾਰੇ ਲੋਕ ਐਜੂਕੇਟਡ ਹੋ ਗਏ। ਤਾਂ ਜਦੋਂ ਭਾਰਤ ਨੇ ਦੇਖਿਆ ਕਿ ਐਜੂਕੇਟਡ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਤਾਂ ਉਹਨਾਂ ਨੇ ਇਹ ਜਿਹੜੀ ਉਮਰ ਹੈ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ। ਤਾਂ ਇਹ ਰਾਜੀਵ ਗਾਂਧੀ ਦੇ ਸਮੇਂ ਦੇ ਵਿੱਚ ਹੋਈ ਸੀ, ਔਰ ਕੁਛ ਰਾਜੀਵ ਗਾਂਧੀ ਨੇ ਜਿਹੜੇ ਉਹ ਯੰਗ ਜਿਹੜੇ ਲੋਕ ਨੇ ਉਹਨਾਂ ਦੇ ਚਹੇਤੇ ਸਨ, ਅਤੇ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਡਿਸੀਜ਼ਨ ਲਿਆ ਕਿ ਜਿਹੜੀ ਵੋਟ ਦੀ ਉਮਰ ਹੈ ਹੁਣ ਉਹ ਸਮਾਂ ਆ ਚੁੱਕਿਆ ਕਿ ਉਸਨੂੰ 21 ਤੋਂ 18 ਕੀਤਾ ਜਾਵੇ। ਇਸ ਤੋਂ ਬਾਅਦ ਤੀਸਰਾ ਪੁਆਇੰਟ ਹੈ ਸੰਯੁਕਤ ਚੋਣ ਪ੍ਰਣਾਲੀ। ਸੰਯੁਕਤ ਚੋਣ ਪ੍ਰਣਾਲੀ। ਹੁਣ ਸੰਯੁਕਤ ਚੋਣ ਪ੍ਰਣਾਲੀ ਦਾ ਮਤਲਬ ਕੀ ਹੈ ਕਿ ਸਪੋਜ਼ ਕਰੋ ਕਿਸੇ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਇਸ ਇਲਾਕੇ ਦੇ ਵਿੱਚ ਰਹਿ ਰਹੇ ਹੈ, ਔਰ ਇਹਨਾਂ ਦੇ ਵਿੱਚੋਂ ਸਪੋਜ਼ ਕਰੋ ਕਿ 90% ਜਿਹੜੀ ਆਬਾਦੀ ਹੈ ਉਹ ਮੁਸਲਮਾਨਾਂ ਦੀ ਹੈ, ਔਰ ਇਹਦੇ ਵਿੱਚ 5% ਸਪੋਜ਼ ਕਰੋ ਕਿ ਸਿੱਖ ਹਨ, ਅਤੇ 5% ਇਹਦੇ ਵਿੱਚ ਮੰਨ ਲੈਂਦੇ ਹਾਂ ਕਿ ਅਸੀਂ ਹਿੰਦੂ ਨੇ। ਠੀਕ ਹੈ, ਯਾਨੀ ਕਿ ਇਸ ਇਲਾਕੇ ਦੀ ਜਿਹੜੀ ਮੈਜੋਰਟੀ ਹੈ ਉਹ ਕਿਹਨਾਂ ਦੀ ਹੈ, ਮੁਸਲਮਾਨਾਂ ਦੀ ਹੈ। ਤਾਂ ਜਦੋਂ ਭਾਰਤ ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਵਿੱਚ ਯਾਨੀ ਕਿ ਅੰਗਰੇਜ਼ਾਂ ਦੇ ਕਾਲ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਰੂਲ ਸੀ, ਤਾਂ ਉਹਨਾਂ ਨੇ ਕੀ ਕੀਤਾ ਹੋਇਆ ਸੀ ਕਿ ਜਿਸ ਇਲਾਕੇ ਦੇ ਵਿੱਚ ਜਿਸ ਜਾਤੀ ਦੀ ਜਾਂ ਜਿਸ ਧਰਮ ਦੀ ਮੈਜੋਰਟੀ ਜ਼ਿਆਦਾ ਹੈ, ਤਾਂ ਉਸ ਦੇ ਵਿੱਚੋਂ ਜਿਹੜਾ ਕੈਂਡੀਡੇਟ ਸਿਲੈਕਟ ਕੀਤਾ ਜਾਂਦਾ ਸੀ ਤਾਂ ਉਹ ਉਸ ਕਾਸਟ ਦਾ ਹੀ ਕੀਤਾ ਜਾਂਦਾ ਸੀ ਜਾਂ ਉਸ ਧਰਮ ਦਾ ਹੀ ਕੀਤਾ ਜਾਂਦਾ ਸੀ ਜਿਸ ਦੀ ਉਸ ਇਲਾਕੇ ਦੇ ਵਿੱਚ ਮੈਜੋਰਟੀ ਕੀ ਹੋਵੇ, ਜ਼ਿਆਦਾ ਹੋਵੇ। ਪਰ 1947 ਤੋਂ ਬਾਅਦ ਅਸੀਂ ਦੇਸ਼ ਨੂੰ ਆਜ਼ਾਦੀ ਪ੍ਰਾਪਤ ਕਰ ਲਈ, ਔਰ 1950 'ਚ ਸਾਡਾ ਸੰਵਿਧਾਨ ਵੀ ਲਾਗੂ ਹੋ ਗਿਆ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਇਹ ਗੱਲ ਕਲੀਅਰ ਕਰ ਦਿੱਤੀ ਗਈ ਕਿ ਚਾਹੇ ਕੋਈ ਵੀ ਇਲਾਕਾ ਹੈ, ਚਾਹੇ ਉਹਦੇ ਵਿੱਚ ਮੁਸਲਮਾਨ ਜ਼ਿਆਦਾ ਨੇ, ਚਾਹੇ ਉਹਦੇ ਵਿੱਚ ਹਿੰਦੂ ਜ਼ਿਆਦਾ ਨੇ, ਚਾਹੇ ਉਹਦੇ 'ਚ ਸਿੱਖ ਜ਼ਿਆਦਾ ਨੇ, ਤਾਂ ਇਸ ਇਲਾਕੇ ਦੇ ਵਿੱਚੋਂ ਚੋਣ ਲੜਨ ਦਾ ਅਧਿਕਾਰ ਹਰੇਕ ਵਰਗ ਨੂੰ ਹੋਏਗਾ। ਔਰ ਇਹ ਨਹੀਂ ਕਿ ਮੁਸਲਮਾਨ ਵਿਅਕਤੀ ਸਿਰਫ ਇਕੱਲਾ ਮੁਸਲਮਾਨ ਨੂੰ ਹੀ ਵੋਟ ਪਾਏਗਾ, ਜਾਂ ਹਿੰਦੂ ਵਿਅਕਤੀ ਹਿੰਦੂ ਨੂੰ ਹੀ ਪਾਏਗਾ, ਜਾਂ ਸਿੱਖ ਹੈ ਜਿਹੜਾ ਉਹ ਸਿੱਖ ਨੂੰ ਹੀ ਵੋਟ ਪਾਏਗਾ। ਹੁਣ ਸੰਯੁਕਤ ਚੋਣ ਪ੍ਰਣਾਲੀ ਦੇ ਵਿੱਚ ਕੋਈ ਵੀ ਵਿਅਕਤੀ ਇਹਨਾਂ ਦੇ ਵਿੱਚੋਂ, ਚਾਹੇ ਉਹ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਅਤੇ ਚਾਹੇ ਉਹ ਕ੍ਰਿਸਚਨ ਹੈ, ਕੋਈ ਵੀ ਵਿਅਕਤੀ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਸਕਦਾ। ਧਰਮ ਦੇ ਆਧਾਰ 'ਤੇ ਕਿਸੇ ਵੀ ਵਰਗ ਨੂੰ ਸਪੈਸ਼ਲ ਪ੍ਰੈਫਰੈਂਸ ਨਹੀਂ ਦਿੱਤੀ ਗਈ ਕਿ ਇਸ ਇਲਾਕੇ 'ਚ ਮੁਸਲਮਾਨ ਜ਼ਿਆਦਾ ਨੇ ਤਾਂ ਇੱਥੋਂ ਕੈਂਡੀਡੇਟ ਮੁਸਲਮਾਨ ਹੀ ਖੜੇਗਾ। ਜੇ 90% ਮੁਸਲਮਾਨ ਨੇ ਤਾਂ ਇਹਨਾਂ 'ਚੋਂ ਹਿੰਦੂ ਕੈਂਡੀਡੇਟ ਹੈ ਜਿਹੜਾ, ਜਾਂ ਕ੍ਰਿਸਚਨ ਹੈ, ਜਾਂ ਮੁਸਲਮਾਨ ਹੈ, ਇਹਨਾਂ 'ਚੋਂ ਕੋਈ ਵੀ ਇਲੈਕਸ਼ਨ ਲੜਨ ਦਾ ਕੀ ਰੱਖਦਾ, ਅਧਿਕਾਰ। ਔਰ ਇਹ ਵੀ ਨਹੀਂ ਹੈ ਕਿ ਮੁਸਲਮਾਨ ਵਿਅਕਤੀ ਮੁਸਲਮਾਨ ਨੂੰ ਹੀ ਵੋਟ ਪਾਏਗਾ, ਉਹਦੀ ਚੁਆਇਸ ਹੈ, ਉਹ ਇਹਨਾਂ ਚਾਰਾਂ ਦੇ ਵਿੱਚੋਂ ਜਿਸ ਨੂੰ ਵੀ ਲਾਈਕ ਕਰਦਾ ਹੈ ਤਾਂ ਉਸ ਨੂੰ ਕੀ ਕਰ ਸਕਦਾ, ਵੋਟ ਪਾ ਸਕਦਾ। ਤਾਂ ਭਾਰਤ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਜਾਂ ਸਿੱਖ ਹੈ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਔਰ ਉਹ ਆਪਣੀ ਧਰਮ ਵਾਲੇ ਨੂੰ ਵੋਟ ਪਾਉਣ, ਇਹ ਗੱਲ ਉਹਨਾਂ ਵਾਸਤੇ ਕੰਪਲਸਰੀ ਨਹੀਂ ਹੈਗੀ। ਉਹ ਆਪਣੀ ਮਰਜ਼ੀ ਨਾਲ ਜਿਸ ਵਿਅਕਤੀ ਨੂੰ ਚਾਹਣ ਉਸ ਨੂੰ ਸਿਲੈਕਟ ਕਰ ਸਕਦੇ ਆ। ਔਰ ਇਹਨਾਂ 'ਚੋਂ ਕੋਈ ਵੀ ਵਿਅਕਤੀ
ਚਾਹੇ ਉਹਦੀ ਗਿਣਤੀ ਪੂਰੇ ਏਰੀਏ ਦੇ ਵਿੱਚ 10 ਫੈਮਲੀਆਂ ਹੀ ਹੋਣ ਉਹਨਾਂ ਦੀਆਂ, ਬਟ ਉਹ ਫਿਰ ਵੀ ਇਲੈਕਸ਼ਨ ਲੜਨ ਦਾ ਕੀ ਕਰੇਗਾ, ਅਧਿਕਾਰ ਰੱਖਦਾ ਹੈ। ਇਸੇ ਨੂੰ ਅਸੀਂ ਕੀ ਬੋਲਦੇ ਹਾਂ, ਸੰਯੁਕਤ ਚੋਣ ਪ੍ਰਣਾਲੀ। ਅਤੇ ਸੰਯੁਕਤ ਚੋਣ ਪ੍ਰਣਾਲੀ ਦੇ ਵਿੱਚ ਇਹ ਵੀ ਗੱਲ ਖਾਸ ਹੁੰਦੀ ਹੈ ਕਿ ਇਹਨਾਂ ਦੇ ਵਿੱਚੋਂ ਭਾਵੇਂ ਕੋਈ ਵੀ ਵਿਅਕਤੀ, ਚਾਹੇ ਉਹ ਹਿੰਦੂਆਂ ਦਾ ਬਣੇ, ਚਾਹੇ ਉਹ ਮੁਸਲਮਾਨਾਂ ਦਾ ਬਣੇ, ਚਾਹੇ ਸਿੱਖਾਂ ਦਾ ਬਣੇ, ਚਾਹੇ ਈਸਾਈਆਂ ਦਾ ਬਣੇ, ਜਿੱਤੇ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ। ਲੇਕਿਨ ਹੁਣ ਇਹ ਵਿਅਕਤੀ ਸਪੋਜ਼ ਕਰੋ ਕਿ ਮੁਸਲਮਾਨ ਜਿੱਤ ਗਿਆ, ਤਾਂ ਇਹ ਨਹੀਂ ਕਿ ਇਸ ਇਲਾਕੇ ਦੇ ਵਿੱਚ 90% ਮੁਸਲਮਾਨ ਨੇ ਤਾਂ ਇਹ ਸਿਰਫ ਮੁਸਲਮਾਨ ਲੋਕਾਂ ਦੇ ਲਈ ਹੀ ਕੰਮ ਕਰੇਗਾ। ਤਾਂ ਇਸ ਕੈਂਡੀਡੇਟ ਦਾ ਸੰਵਿਧਾਨਿਕ ਤੌਰ 'ਤੇ ਫਰਜ਼ ਇਹ ਬਣਦਾ ਹੈ ਕਿ ਇਹ ਸਾਰੇ ਹੀ ਵਰਗਾਂ ਦਾ ਕੀ ਕਰੇ, ਵਿਕਾਸ ਕਰੇ। ਇਹ ਨਹੀਂ ਕਿ ਜੇ ਹਿੰਦੂ ਬਣ ਗਿਆ ਤਾਂ ਹਿੰਦੂ ਲੋਕਾਂ ਦਾ ਹੀ ਵਿਕਾਸ ਕਰੇਗਾ, ਜੇ ਮੁਸਲਮਾਨ ਬਣ ਗਿਆ ਤਾਂ ਮੁਸਲਮਾਨਾਂ ਦਾ ਹੀ ਵਿਕਾਸ ਕਰੇਗਾ। ਅਜਿਹਾ ਨਹੀਂ ਹੋਏਗਾ। ਸੰਯੁਕਤ ਚੋਣ ਪ੍ਰਣਾਲੀ ਦੇ ਵਿੱਚ ਜੇਕਰ ਇਸ ਮੈਂਬਰ ਨੂੰ ਚੁਣਨ ਦਾ ਅਧਿਕਾਰ ਸਾਰਿਆਂ ਦਾ ਹੈ ਤਾਂ ਇਹ ਵਿਅਕਤੀ ਕੰਮ ਵੀ ਸਾਰਿਆਂ ਲਈ ਹੀ ਕਰੇਗਾ। ਇਹ ਨਹੀਂ ਕਿ ਸਿਰਫ ਆਪਣੇ ਇਲਾਕੇ ਦੇ ਜਿਹੜੇ ਉਹਨਾਂ ਦੇ ਧਰਮ ਦੇ ਜਾਂ ਜਾਤੀ ਦੇ ਲੋਕ ਨੇ ਉਹਨਾਂ ਦਾ ਹੀ ਵਿਕਾਸ ਕਰੇਗਾ। ਇਹ ਸਭ ਨੂੰ ਨਾਲ ਲੈ ਕੇ ਚੱਲੇਗਾ। ਇਹ ਇਹਦੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਅਤੇ ਦੇਸ਼ ਦੀ ਜਿਹੜੀ ਸੰਵਿਧਾਨ ਦੀ ਮਰਿਆਦਾ ਹੈ ਉਹਦੇ ਅੰਡਰ ਰਹਿ ਕੇ ਹੀ ਇਸ ਵਿਅਕਤੀ ਨੂੰ ਕੰਮ ਕਰਨਾ ਪਏਗਾ, ਕਿਉਂਕਿ ਜਦੋਂ ਇਸ ਨੂੰ ਚੁਣਨ ਦਾ ਅਧਿਕਾਰ ਸਭ ਨੂੰ ਹੈ ਤਾਂ ਇਹ ਵੀ ਉਹਨਾਂ ਸਾਰਿਆਂ ਦੇ ਲਈ ਕੀ ਕਰੇਗਾ, ਕੰਮ ਕਰੇਗਾ। ਫਿਰ ਇਸ ਤੋਂ ਬਾਅਦ ਸਾਨੂੰ ਚੌਥਾ ਪੁਆਇੰਟ ਦਿੱਤਾ ਹੋਇਆ ਰਾਜਨੀਤਿਕ ਅਧਿਕਾਰ। ਔਰ ਸਾਡੇ ਭਾਰਤ ਦੇ ਵਿੱਚ ਇਹ ਗੱਲ ਵੀ ਵਿਸ਼ੇਸ਼ ਹੈ ਕਿ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਮਿਲੇ ਹੋਏ ਨੇ। ਰਾਜਨੀਤਿਕ ਅਧਿਕਾਰਾਂ ਦੇ ਵਿੱਚ ਜਿਵੇਂ ਅਸੀਂ ਐਗਜ਼ਾਮਪਲ ਲਈਏ ਤਾਂ ਸਾਰੇ ਲੋਕਾਂ ਨੂੰ, ਜੋ ਵੀ ਭਾਰਤ ਦੇ ਨਾਗਰਿਕ ਹਨ 18 ਸਾਲ ਜਾਂ 18 ਸਾਲ ਤੋਂ ਵੱਧ ਹਨ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ। ਉਹਨਾਂ ਨਾਲ ਕਿਸੇ ਪ੍ਰਕਾਰ ਦਾ ਜਾਤੀ, ਲਿੰਗ ਜਾਂ ਜਨਮ ਦੇ ਆਧਾਰ 'ਤੇ ਭੇਦਭਾਵ ਨਹੀਂ ਕੀਤਾ ਜਾਏਗਾ। ਇਸੇ ਤਰੀਕੇ ਨਾਲ ਕੋਈ ਵੀ ਵਿਅਕਤੀ ਜਿਸ ਦੀ ਉਮਰ 25 ਸਾਲ ਜਾਂ 25 ਸਾਲ ਤੋਂ ਵੱਧ ਹੈ ਤਾਂ ਉਹ ਲੋਕ ਸਭਾ ਦਾ ਚੁਣਾਵ ਲੜ ਸਕਦਾ ਹੈ, ਉਹ ਰਾਜ ਵਿਧਾਨ ਸਭਾ ਦਾ ਚੁਣਾਵ ਲੜ ਸਕਦਾ ਹੈ। ਕੋਈ ਵੀ ਵਿਅਕਤੀ ਜਿਹਦੀ ਉਮਰ 21 ਸਾਲ ਹੈ ਤਾਂ ਉਹ ਭਾਰਤ ਦੇ ਵਿੱਚ ਸਰਪੰਚੀ ਦਾ ਜਿਹੜਾ ਇਲੈਕਸ਼ਨ ਹੈ ਉਹ ਲੜ ਸਕਦਾ ਹੈ। ਪਰ ਇੱਥੇ ਕੁਛ ਵਿਸ਼ੇਸ਼ ਕਥਨ ਵੀ ਹੈਗੇ ਨੇ ਸੰਵਿਧਾਨ ਦੇ ਵਿੱਚ ਕਿ ਜਦੋਂ ਸਪੋਜ਼ ਕਰੋ ਕਿ ਕਿਸੇ ਇਲਾਕੇ ਦੇ ਵਿੱਚ ਰਿਜ਼ਰਵੇਸ਼ਨ ਦੇ ਬੇਸ 'ਤੇ ਸਰਪੰਚੀ ਆਉਂਦੀ ਹੈ, ਮੰਨ ਲਓ ਇਸ ਵਾਰ SC ਦੀ ਜਿਹੜੀ ਰਿਜ਼ਰਵੇਸ਼ਨ ਆ ਗਈ ਤਾਂ SC ਦੀ ਰਿਜ਼ਰਵੇਸ਼ਨ ਦੇ ਵਿੱਚ ਇਹਦੇ ਖਿਲਾਫ ਕੋਈ ਵੀ ਜਨਰਲ ਕੈਟੇਗਰੀ ਵਾਲਾ ਨਹੀਂ ਖੜ ਸਕਦਾ। ਇਹ ਸੰਵਿਧਾਨਿਕ ਵਿਵਸਥਾ ਦੇ ਵਿੱਚ ਵਿਸ਼ੇਸ਼ ਕਥਨ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਜਿਵੇਂ ਤੁਹਾਡੇ ਪਿੰਡ ਦੇ ਵਿੱਚ ਸਰਪੰਚੀ ਇਸ ਵਾਰ ਸਪੋਜ਼ ਕਰੋ ਰਿਜ਼ਰਵ ਆ ਗਈ, ਰਿਜ਼ਰਵ ਮਤਲਬ ਕਿ ਇਸ ਵਾਰ ਤੁਹਾਡੇ ਇਲਾਕੇ ਦੇ ਵਿੱਚ SCਆਂ ਦਾ ਬੰਦਾ ਹੀ ਸਰਪੰਚ ਬਣੇਗਾ ਤਾਂ ਉਹਦੇ ਖਿਲਾਫ ਜਨਰਲ ਜਿਹੜਾ ਵਿਅਕਤੀ ਹੈ ਉਹ ਕੀ ਨਹੀਂ ਕਰ ਸਕਦਾ, ਇਲੈਕਸ਼ਨ ਨਹੀਂ ਲੜ ਸਕਦਾ। ਇਸੇ ਤਰੀਕੇ ਨਾਲ ਸਪੋਜ਼ ਕਰੋ ਕਿ ਵੂਮੈਨ ਵਾਸਤੇ 1/3 ਰਿਜ਼ਰਵੇਸ਼ਨ ਕੀਤੀ ਹੋਈ ਹੈ ਤਾਂ ਇਸ ਇਲੈਕਸ਼ਨ ਦੇ ਵਿੱਚ ਵੂਮੈਨ ਦੇ ਖਿਲਾਫ ਜਿਹੜਾ ਜੈਂਟਸ ਹੈ ਉਹ ਜਾਂ ਜਿਹੜਾ ਮੈਨ ਹੈ ਉਹ ਫਾਰਮ ਨਹੀਂ ਭਰ ਸਕਦਾ ਕਿਉਂਕਿ ਰਿਜ਼ਰਵ ਹੈ। ਤਾਂ ਇਹ ਕੁਝ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੁੰਦਾ ਹੈ, ਅਦਰਵਾਈਜ਼ ਭਾਰਤ ਦੇ ਵਿੱਚ ਇਹ ਸਾਰੀਆਂ ਵਿਵਸਥਾਵਾਂ ਨੇ ਜਿਹੜੀ ਰਾਜਨੀਤਿਕ ਤੌਰ 'ਤੇ ਸਾਨੂੰ ਪ੍ਰਾਪਤ ਹਨ। ਪੰਜਵਾਂ ਪੁਆਇੰਟ ਹੈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਹੁਣ ਭਾਰਤ ਦਾ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਜਿਹੜੀ ਨਿਆਂਪਾਲਿਕਾ ਹੈ ਉਸ ਨੂੰ ਸੁਤੰਤਰ ਵੀ ਬਣਾਇਆ ਗਿਆ ਅਤੇ ਨਿਰਪੱਖ ਵੀ ਬਣਾਇਆ ਗਿਆ। ਹੁਣ ਦੋਨੋਂ ਸ਼ਬਦਾਂ ਨੂੰ ਸਮਝਣਾ ਜ਼ਰੂਰੀ ਹੈ ਕਿ ਸੁਤੰਤਰ ਕੀ ਹੁੰਦਾ ਅਤੇ ਨਿਰਪੱਖ ਕੀ ਹੁੰਦਾ। ਸੁਤੰਤਰਤਾ ਦਾ ਮਤਲਬ ਹੁੰਦਾ ਕਿ ਜਿਹੜੀ ਸਾਡੀ ਨਿਆਂਪਾਲਿਕਾ ਹੈ ਉਹ ਵਿਧਾਨਪਾਲਿਕਾ ਅਤੇ ਜਿਹੜੀ ਕਾਰਜਪਾਲਿਕਾ ਹੈ ਇਹਨਾਂ ਦੇ ਕੰਟਰੋਲ ਤੋਂ ਮੁਕਤ ਹੈ। ਯਾਨੀ ਕਿ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਸੁਪਰੀਮ ਕੋਰਟ ਦੇ ਕੰਮਾਂ ਦੇ ਵਿੱਚ ਜਾਂ ਨਿਆਂਪਾਲਿਕਾ ਦੇ ਕੰਮਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਕਰਨਗੀਆਂ। ਔਰ ਨਿਰਪੱਖ ਦਾ ਮਤਲਬ ਹੈ ਕਿ ਜਿਹੜੀ ਸਾਡੀ ਨਿਆਂਪਾਲਿਕਾ ਹੈ ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਨਿਆਂ ਕਰੇਗੀ, ਚਾਹੇ ਉਹਦੇ 'ਚ ਕੋਈ ਅਮੀਰ ਹੈ, ਚਾਹੇ ਉਹਦੇ 'ਚ ਗਰੀਬ ਹੈ, ਚਾਹੇ ਉਹਦੇ 'ਚ ਕਿਸੇ ਜਾਤੀ ਦਾ ਹੈ, ਕਿਸੇ ਧਰਮ ਦਾ ਹੋਵੇ। ਜੋ ਕਾਨੂੰਨ ਜਾਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਸੇ ਦੇ ਤਹਿਤ ਜਿਹੜੀ ਸਾਡੀ ਕੋਰਟਸ ਨੇ ਜਾਂ ਜਿਹੜੀ ਸਾਡੀ ਨਿਆਂਪਾਲਿਕਾ ਹੈ ਉਹ ਕੀ ਕਰੇਗੀ, ਆਪਣੇ ਡਿਸੀਜਨ ਲਏਗੀ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਜਾਤੀ ਜਾਂ ਧਰਮ ਦੇ ਲੋਕਾਂ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ। ਛੇਵਾਂ ਪੁਆਇੰਟ ਹੈ ਸਾਡੇ ਕੋਲ ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਦਾ ਅਰਥ ਹੁੰਦਾ ਕਿ ਸਰਕਾਰ ਕਿਸੇ ਵੀ ਵਿਅਕਤੀ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗੀ। ਤਾਂ ਸਰਕਾਰ ਧਾਰਮਿਕ ਮਾਮਲਿਆਂ ਦੇ ਵਿੱਚ ਹਮੇਸ਼ਾ ਨਿਰਪੱਖ ਰਹੇਗੀ, ਕਿਸੇ ਦਾ ਵੀ ਪੱਖ ਹੈ ਜਿਹੜਾ ਉਹ ਨਹੀਂ ਕਰੇਗੀ। ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਸ਼ਬਦ ਬਹੁਤ ਵਿਸ਼ੇਸ਼ ਤੌਰ 'ਤੇ ਕਥਨਿਤ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਸਾਡਾ ਗੁਆਂਢੀ ਮੁਲਕ ਜਿਹੜਾ ਪਾਕਿਸਤਾਨ ਹੈ ਉਹ ਇੱਕ ਧਰਮ ਆਧਾਰਿਤ ਜਾਂ ਉਸ ਦਾ ਇੱਕ ਰਾਸ਼ਟਰ ਧਰਮ ਹੈ, ਜਿਨ੍ਹਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਹੀ ਇਹ ਲਿਖਵਾਇਆ ਹੋਇਆ ਕਿ ਉਹਨਾਂ ਦਾ ਜਿਹੜਾ ਰਾਸ਼ਟਰ ਧਰਮ ਹੈ ਉਹ ਹੈ ਜਿਹੜਾ ਮੁਸਲਮਾਨ ਹੈ, ਠੀਕ ਹੈ, ਈਸਾਈ ਹੈ। ਤਾਂ ਇਸ ਕਰਕੇ ਇਹ ਜਿਹੜਾ ਰਾਸ਼ਟਰ ਹੈ
ਉਹ ਧਰਮ ਨਿਰਪੱਖ ਪਾਕਿਸਤਾਨ ਨਹੀਂ ਹੈ, ਜਦ ਕਿ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਕਲੀਅਰ ਲਿਖੀ ਹੋਈ ਹੈ ਕਿ ਸਾਡਾ ਜਿਹੜਾ ਰਾਜ ਹੈ ਇਹ ਜਿਹੜੀ ਸਾਡੀ ਦੇਸ਼ ਹੈ, ਸਰਕਾਰ ਦਾ ਕੋਈ ਵੀ ਆਪਣਾ ਧਰਮ ਨਹੀਂ ਹੈ। ਸਰਕਾਰ ਸਾਰੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਕੀ ਸਮਝੇਗੀ, ਸਮਾਨ ਸਮਝੇਗੀ। ਉਹ ਕਿਸੇ ਵੀ ਧਰਮ ਦਾ ਪੱਖ ਨਹੀਂ ਪੂਰੇਗੀ। ਸਰਕਾਰ ਦੇ ਅਨੁਸਾਰ ਕਿਸੇ ਵੀ ਧਰਮ ਨੂੰ ਕੋਈ ਰਾਸ਼ਟਰੀ ਰੁਤਬਾ ਨਹੀਂ ਦਿੱਤਾ ਗਿਆ ਕਿ ਇਹ ਸਾਡੇ ਭਾਰਤ ਅਗਰ ਹਿੰਦੁਸਤਾਨ ਹੈ ਤਾਂ ਹਿੰਦੂ ਉਹਨਾਂ ਦਾ ਕੋਈ ਰਾਸ਼ਟਰੀ ਧਰਮ ਹੈ। ਅਜਿਹਾ ਸਾਡੇ ਭਾਰਤ ਦੇ ਵਿੱਚ ਨਹੀਂ ਹੈ। ਸਰਕਾਰ ਦਾ ਕੋਈ ਵੀ ਧਰਮ ਨਹੀਂ ਹੈ। ਉਸ ਤੋਂ ਬਾਅਦ 7ਵਾਂ ਪੁਆਇੰਟ ਹੈ ਨਿਸ਼ਚਿਤਕਾਲੀਨ ਚੋਣਾਂ। ਇਹ ਪੁਆਇੰਟ ਅਸੀਂ ਆਲਰੇਡੀ ਪਹਿਲਾਂ ਡਿਸਕਸ਼ਨ ਕਰ ਚੁੱਕੇ ਹਾਂ ਕਿ ਭਾਰਤ ਦੇ ਜਿਹੜੀ ਚੋਣਾਂ ਨੇ ਉਹ ਪਰਫੈਕਟ 5 ਸਾਲ ਬਾਅਦ ਹੀ ਹੁੰਦੀਆਂ ਨੇ ਔਰ ਇਹਦਾ ਸਮਾਂ ਜਿਹੜਾ ਫਿਕਸ ਕੀਤਾ ਗਿਆ ਹੋਇਆ ਔਰ ਇਸ ਨੂੰ ਸਮੇਂ ਤੋਂ ਪਹਿਲਾਂ ਵੀ ਕਰਵਾਇਆ ਜਾ ਸਕਦਾ ਜੇਕਰ ਦੇਸ਼ ਦੇ ਵਿੱਚ ਗਠਬੰਧਨ ਸਰਕਾਰ ਹੋਵੇ ਅਤੇ ਆਪਸੀ ਪਾਰਟੀਆਂ ਦਾ ਕਿਸੇ ਪ੍ਰਕਾਰ ਦਾ ਵਿਵਾਦ ਹੋਵੇ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਜਿਹੜੀ ਚੋਣਾਂ ਨੇ ਉਹ ਕਰਵਾਈਆਂ ਜਾ ਸਕਦੀਆਂ ਨੇ ਔਰ ਇਹਨਾਂ ਦਾ ਸਮਾਂ ਵਧਾਇਆ ਵੀ ਜਾ ਸਕਦਾ ਜੇਕਰ ਦੇਸ਼ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਵੇ, ਐਮਰਜੈਂਸੀ ਲੱਗੀ ਹੋਵੇ, ਜਿਵੇਂ ਕਿ 1975 ਦੇ ਵਿੱਚ ਲੋਕ ਸਭਾ ਦਾ ਕਾਰਜਕਾਲ 5 ਤੋਂ 6 ਸਾਲ ਹੋ ਗਿਆ ਸੀ। ਆਖਰੀ ਪੁਆਇੰਟ ਹੈ ਗਣਰਾਜੀ ਸ਼ਾਸਨ ਪ੍ਰਣਾਲੀ। ਗਣਰਾਜੀ ਸ਼ਾਸਨ ਪ੍ਰਣਾਲੀ। ਹੁਣ ਦੇਖੋ ਬਹੁਤ ਸਾਰੇ ਵਿਊਵਰਸ ਦੀ ਇਹ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਨੂੰ ਹਾਲੇ ਤੱਕ ਇਹ ਕਲੀਅਰ ਨਹੀਂ ਹੈ ਕਿ ਗਣਰਾਜ ਸ਼ਬਦ ਹੁੰਦਾ ਕੀ ਹੈ, ਰਿਪਬਲਿਕ ਵਰਡ ਦਾ ਮੀਨਿੰਗ ਕੀ ਹੈ। ਰਿਪਬਲਿਕ ਕੀ ਹੁੰਦਾ ਕਿ ਜਦੋਂ ਕਿਸੇ ਵੀ ਕੰਟਰੀ ਦਾ ਜਿਹੜਾ ਮੁਖੀਆ ਹੈ, ਮਤਲਬ ਹੈੱਡ ਆਫ ਦੀ ਸਟੇਟ, ਜਿਵੇਂ ਸਾਡੇ ਇੰਡੀਆ ਦੇ ਵਿੱਚ ਹੈੱਡ ਆਫ ਦੀ ਸਟੇਟ ਕੌਣ ਹੈ, ਸਾਡੇ ਦੇਸ਼ ਦਾ ਰਾਸ਼ਟਰਪਤੀ ਪ੍ਰੈਜ਼ੀਡੈਂਟ। ਜਦੋਂ ਕਿਸੇ ਵੀ ਕੰਟਰੀ ਦਾ ਹੈੱਡ ਆਫ ਦੀ ਸਟੇਟ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਲੋਕਾਂ ਦੁਆਰਾ ਚੁਣਿਆ ਜਾਵੇ, ਜਦੋਂ ਕਿਸੇ ਕੰਟਰੀ ਦਾ ਹੈੱਡ ਆਫ ਦੀ ਸਟੇਟ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਲੋਕਾਂ ਦੁਆਰਾ ਚੁਣਿਆ ਜਾਵੇ ਤਾਂ ਉਸ ਸਟੇਟ ਨੂੰ ਅਸੀਂ ਕੀ ਬੋਲਦੇ ਹਾਂ, ਰਿਪਬਲਿਕ। ਜਿਵੇਂ ਸਾਡੇ ਭਾਰਤ ਦਾ ਰਾਸ਼ਟਰਪਤੀ ਹੈ ਉਹ ਭਾਰਤ ਦੇ ਵਿੱਚ ਅਪ੍ਰਤੱਖ ਰੂਪ ਦੇ ਵਿੱਚ ਚੁਣਿਆ ਜਾਂਦਾ ਹੈ, ਕਿਉਂਕਿ ਸਾਡੇ ਚੁਣਾਵ 2 ਤਰ੍ਹਾਂ ਦੇ ਹੁੰਦੇ ਆ, ਇੱਕ ਪ੍ਰਤੱਖ ਹੁੰਦਾ ਅਤੇ ਇੱਕ ਕੀ ਹੁੰਦਾ, ਅਪ੍ਰਤੱਖ। ਤਾਂ ਜੇਕਰ ਕਿਸੇ ਦੇਸ਼ ਦਾ ਮੁਖੀ ਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਦੇ ਵਿੱਚ ਉਸ ਦੇਸ਼ ਦੀ ਜਨਤਾ ਦੇ ਦੁਆਰਾ ਚੁਣਿਆ ਜਾਂਦਾ ਹੈ ਤਾਂ ਉਸ ਦੇਸ਼ ਨੂੰ ਅਸੀਂ ਕੀ ਬੋਲਦੇ ਹਾਂ, ਰਿਪਬਲਿਕ। ਤਾਂ ਭਾਰਤ ਇਸ ਲਈ